ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਟੀਵੀ ਪੰਜਾਬ। ਮੈਂ ਹਾਂ ਜਸਵੀਰ ਤੇ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਨਜ਼ਰ ਪਾਉਂਦੇ ਹਾਂ ਅੱਜ ਦੀਆਂ ਖਬਰਾਂ ਤੇ। ਉੱਤਰੀ ਕੋਰੀਆ ਨੇ ਬੁੱਧਵਾਰ ਨੂੰ ਕਿਹਾ ਕਿ ਜੁਲਾਈ 'ਚ ਸਰਹੱਦ ਪਾਰ ਕਰਨ ਵਾਲੇ ਅਮਰੀਕੀ ਫੌਜ ਦੇ ਪ੍ਰਾਈਵੇਟ ਨੇ ਅਮਰੀਕੀ ਸਮਾਜ ਤੋਂ ਮੋਹ ਭੰਗ ਹੋਣ ਤੋਂ ਬਾਅਦ ਗੁਪਤ ਦੇਸ਼ 'ਚ ਪਨਾਹ ਲੈਣ ਦੀ ਆਪਣੀ ਇੱਛਾ ਜ਼ਾਹਰ ਕੀਤੀ ਸੀ। US ਅਧਿਕਾਰੀਆਂ ਦੇ ਅਨੁਸਾਰ 23 ਸਾਲਾ ਟ੍ਰੈਵਿਸ ਕਿੰਗ ਨੂੰ ਦੱਖਣੀ ਕੋਰੀਆ 'ਚ ਤੈਨਾਤ ਕੀਤਾ ਗਿਆ ਸੀ ਅਤੇ ਸਥਾਨਕ ਲੋਕਾਂ ਨਾਲ ਝਗੜੇ ਤੋਂ ਬਾਅਦ ਇੱਕ ਸਥਾਨਕ ਜੇਲ੍ਹ 'ਚ 47 ਦਿਨ ਬਿਤਾਏ ਸਨ। ਆਪਣੀ ਰਿਹਾਈ ਤੋਂ ਬਾਅਦ ਉਸਨੇ ਡੀਮਿਲਿਟਰਾਈਜ਼ਡ ਜ਼ੋਨ ਦਾ ਦੌਰਾ ਕੀਤਾ, ਜਿਸ ਦੌਰਾਨ ਉਹ ਸਰਹੱਦ ਪਾਰ ਕਰਕੇ ਭੱਜ ਗਿਆ। ਉੱਤਰੀ ਕੋਰੀਆ ਨੇ ਅੱਜ ਪਹਿਲੀ ਵਾਰ ਜਨਤਕ ਤੌਰ ਤੇ ਪੁਸ਼ਟੀ ਕੀਤੀ ਕਿ US ਆਰਮੀ ਪ੍ਰਾਈਵੇਟ ਟ੍ਰੈਵਿਸ ਕਿੰਗ ਨੇ ਇਸ ਦੇ ਖੇਤਰ 'ਚ ਪਾਰ ਕੀਤਾ। ਕਿੰਗ ਦੀ ਕਹਾਣੀ ਨੇ ਪਿਛਲੇ ਮਹੀਨੇ ਅੰਤਰਰਾਸ਼ਟਰੀ ਧਿਆਨ ਖਿੱਚਿਆ ਜਦੋਂ ਉਹ 1982 ਤੋਂ ਬਾਅਦ ਉੱਤਰੀ ਕੋਰੀਆ 'ਚ ਦਾਖਲ ਹੋਣ ਵਾਲਾ ਪਹਿਲਾ ਅਮਰੀਕੀ ਸੈਨਿਕ ਬਣ ਗਿਆ। US ਰੱਖਿਆ ਅਧਿਕਾਰੀਆਂ ਨੇ ਕਿਹਾ ਕਿ ਕਿੰਗ ਗੈਰ ਮਿਲਟਰੀ ਜ਼ੋਨ ਦੇ ਅੰਦਰ ਇੱਕ ਨਾਗਰਿਕ ਦੌਰਾ ਕਰਦੇ ਹੋਏ ਉੱਤਰੀ ਕੋਰੀਆ 'ਚ ਜਾਣ-ਬੁੱਝ ਕੇ ਅਤੇ ਅਧਿਕਾਰਤ ਭੱਜ ਗਿਆ ਸੀ। ਰਾਜ ਸੰਚਾਲਿਤ ਕੋਰੀਆਈ ਮੀਡੀਆ ਨੇ ਇੱਕ ਬਿਆਨ ਜਾਰੀ ਕੀਤਾ ਹੈ ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਕਿੰਗ ਨੇ ਉੱਤਰੀ ਕੋਰੀਆ ਜਾਂ ਕਿਸੇ ਤੀਜੇ ਦੇਸ਼ 'ਚ ਸ਼ਰਨਾਰਥੀ ਦੀ ਭਾਲ ਕਰਨ ਦੀ ਆਪਣੀ ਇੱਛਾ ਜ਼ਾਹਰ ਕੀਤੀ ਸੀ। ਇਸ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਕਿ ਕਿੰਗ ਨੇ ਕਬੂਲ ਕੀਤਾ ਕਿ ਉਸ ਨੇ ਉੱਤਰੀ ਕੋਰੀਆ 'ਚ ਦਾਖਲ ਹੋਣ ਦਾ ਫੈਸਲਾ ਕੀਤਾ ਸੀ ਕਿਉਂਕਿ ਉਸ ਨੇ ਅਮਰੀਕੀ ਫੌਜ 'ਚ ਅਣਮਨੁੱਖੀ ਬਦਸਲੂਕੀ ਅਤੇ ਨਸਲੀ ਵਿਤਕਰੇ ਦੇ ਵਿਰੁੱਧ ਮਾੜੀ ਭਾਵਨਾ ਰੱਖੀ ਸੀ। ਇਸ ਘੋਸ਼ਣਾ ਨੇ ਉਸ ਦੇ ਪਰਿਵਾਰ ਤੋਂ ਉਸ ਨਾਲ ਮਾਨਵਤਾ ਵਾਲਾ ਵਿਵਹਾਰ ਕਰਨ ਦੀ ਅਪੀਲ ਕੀਤੀ ਹੈ ਕਿਉਂਕਿ ਉਹ ਧਰਤੀ ਦੇ ਸਭ ਤੋਂ ਦੁਸ਼ਮਣ ਦੇਸ਼ਾਂ 'ਚੋਂ ਇੱਕ ਵਿੱਚ ਕਿਉਂ ਦਾਖਲ ਹੋਇਆ, ਇਸ ਬਾਰੇ ਸਵਾਲ ਬਾਕੀ ਨੇ। ਉੱਤਰੀ ਕੋਰੀਆ ਨੇ ਬੁੱਧਵਾਰ ਨੂੰ ਕਿਹਾ ਕਿ ਜੁਲਾਈ 'ਚ ਸਰਹੱਦ ਪਾਰ ਕਰਨ ਵਾਲੇ ਅਮਰੀਕੀ ਫੌਜ ਦੇ ਪ੍ਰਾਈਵੇਟ ਨੇ ਅਮਰੀਕੀ ਸਮਾਜ ਤੋਂ ਮੋਹ ਭੰਗ ਹੋਣ ਤੋਂ ਬਾਅਦ ਗੁਪਤ ਦੇਸ਼ ਵਿੱਚ ਪਨਾਹ ਲੈਣ ਦੀ ਆਪਣੀ ਇੱਛਾ ਜ਼ਾਹਰ ਕੀਤੀ ਸੀ। US ਅਧਿਕਾਰੀਆਂ ਦੇ ਅਨੁਸਾਰ 23 ਸਾਲਾ ਟ੍ਰੈਵਿਸ ਕਿੰਗ ਉੱਤਰੀ ਕੋਰੀਆ 'ਚ ਤੈਨਾਤ ਕੀਤਾ ਗਿਆ ਸੀ ਤੇ ਸਥਾਨਕ ਲੋਕਾਂ ਨਾਲ ਝਗੜੇ ਤੋਂ ਬਾਅਦ ਇੱਕ ਸਥਾਨਕ ਜੇਲ੍ਹ 'ਚ 47 ਦਿਨ ਬਿਤਾਏ ਸਨ। ਆਪਣੀ ਰਿਹਾਈ ਤੋਂ ਬਾਅਦ ਉਸਨੇ ਡੀਮਿਲਿਟਰਾਈਜ਼ਡ ਜ਼ੋਨ ਦਾ ਦੌਰਾ ਕੀਤਾ, ਜਿਸ ਦੌਰਾਨ ਉਹ ਸਰਹੱਦ ਪਾਰ ਭੱਜ ਗਿਆ। ਅਧਿਕਾਰੀਆਂ ਦੁਆਰਾ ਮਾਓਈ 'ਚ ਜੰਗਲ ਦੀ ਅੱਗ ਨਾਲ ਮਾਰੇ ਗਏ ਲੋਕਾਂ ਦੇ ਪਹਿਲੇ ਨਾਮ ਜਾਰੀ ਕੀਤੇ ਨੇ। 3 ਹੋਰਾਂ ਦੀ ਵੀ ਪਛਾਣ ਹੋ ਗਈ ਹੈ, ਪਰ ਉਹਨਾਂ ਦੇ ਨਾਮ ਉਦੋਂ ਤੱਕ ਗੁਪਤ ਰੱਖੇ ਜਾ ਰਹੇ ਨੇ ਜਦੋਂ ਤੱਕ ਉਹਨਾਂ ਦੇ ਪਰਿਵਾਰਾਂ ਨੂੰ ਸੂਚਿਤ ਨਹੀਂ ਕੀਤਾ ਜਾਂਦਾ। ਗਵਰਨਰ ਜੋਸ਼ ਗ੍ਰੀਨ ਨੇ ਇੱਕ ਟੈਲੀਵਿਜ਼ਨ ਸੰਬੋਧਨ 'ਚ ਕਿਹਾ ਕਿ ਮੰਗਲਵਾਰ ਸ਼ਾਮ ਤੱਕ ਤਬਾਹੀ ਵਾਲੀ ਥਾਂ ਦੀ 27% ਖੋਜ ਕੀਤੀ ਗਈ ਸੀ। ਉਹਨਾਂ ਨੇ ਕਿਹਾ ਕਿ ਮਰਨ ਵਾਲਿਆਂ ਦੀ ਗਿਣਤੀ ਅਗਲੇ 10 ਦਿਨਾਂ 'ਚ ਕਾਫੀ ਵੱਧ ਸਕਦੀ ਹੈ ਤੇ ਇੱਥੋਂ ਤੱਕ ਕਿ ਦੁੱਗਣੀ ਵੀ ਹੋ ਸਕਦੀ ਹੈ। ਹਵਾਈ ਟਾਪੂ ਤੇ ਘੱਟੋ-ਘੱਟ 106 ਲੋਕਾਂ ਦੀ ਮੌਤ ਦੇ ਇੱਕ ਹਫ਼ਤੇ ਬਾਅਦ ਅਧਿਕਾਰੀਆਂ ਦੁਆਰਾ ਮਾਓਈ 'ਚ ਜੰਗਲ ਦੀ ਅੱਗ ਨਾਲ ਮਾਰੇ ਗਏ ਲੋਕਾਂ ਦੇ ਪਹਿਲੇ ਨਾਮ ਜਾਰੀ ਕੀਤੇ ਨੇ। ਸਿਰਫ 2 ਵਿਅਕਤੀਆਂ ਰੌਬਰਟ ਡਾਈਕਮੈਨ ਅਤੇ 79 ਸਾਲ ਦੇ ਬੱਡੀ ਜੈਨਟੌਕ ਦੇ ਨਾਮ ਜਾਰੀ ਕੀਤੇ ਗਏ ਨੇ। 3 ਹੋਰਾਂ ਦੀ ਵੀ ਪਛਾਣ ਹੋ ਗਈ ਸੀ, ਪਰ ਉਹਨਾਂ ਦੇ ਨਾਮ ਉਦੋਂ ਤੱਕ ਗੁਪਤ ਰੱਖੇ ਜਾ ਰਹੇ ਨੇ ਜਦੋਂ ਤੱਕ ਉਹਨਾਂ ਦੇ ਪਰਿਵਾਰਾਂ ਨੂੰ ਸੂਚਿਤ ਨਹੀਂ ਕੀਤਾ ਜਾਂਦਾ। ਲਾਸ਼ਾਂ ਦਾ ਪਤਾ ਲਗਾਉਣ ਲਈ ਸਿਖਲਾਈ ਪ੍ਰਾਪਤ 20 ਸੁੰਘਣ ਵਾਲੇ ਕੁੱਤਿਆਂ ਨੇ ਮਲਬੇ ਦੀ ਬਲਾਕ ਦਰ ਬਲਾਕ ਖੋਜ ਤੇ ਟੀਮ ਦੀ ਅਗਵਾਈ ਕੀਤੀ। 5 ਵਰਗ ਮੀਲ ਖੇਤਰ ਹੁਣ ਮਲਬੇ ਨਾਲ ਭਰਿਆ ਹੋਇਆ ਹੈ। ਗਵਰਨਰ ਜੋਸ਼ ਗ੍ਰੀਨ ਨੇ ਇੱਕ ਟੈਲੀਵਿਜ਼ਨ ਸੰਬੋਧਨ 'ਚ ਕਿਹਾ ਕਿ ਮੰਗਲਵਾਰ ਸ਼ਾਮ ਤੱਕ ਤਬਾਹੀ ਵਾਲੀ ਥਾਂ ਦੀ 27% ਖੋਜ ਕੀਤੀ ਗਈ ਸੀ। ਉਸਨੇ ਕਿਹਾ ਕਿ ਮਰਨ ਵਾਲਿਆਂ ਦੀ ਗਿਣਤੀ ਅਗਲੇ 10 ਦਿਨਾਂ 'ਚ ਕਾਫੀ ਵੱਧ ਸਕਦੀ ਹੈ ਤੇ ਇੱਥੋਂ ਤੱਕ ਕਿ ਦੁੱਗਣੀ ਵੀ ਹੋ ਸਕਦੀ ਹੈ। ਫਿਰ ਅਧਿਕਾਰੀਆਂ ਨੂੰ ਮ੍ਰਿਤਕਾਂ ਦੀ ਪਛਾਣ ਕਰਨ ਦਾ ਔਖਾ ਕੰਮ ਪੂਰਾ ਕਰਨਾ ਚਾਹੀਦਾ ਹੈ, ਜਿਸ ਲਈ DNA ਨਮੂਨੇ ਅਤੇ ਫੋਰੈਂਸਿਕ ਮਾਹਰਾਂ ਦੀ ਲੋੜ ਹੁੰਦੀ ਹੈ। ਤਬਾਹੀ ਦੇ ਪੂਰੇ ਪੈਮਾਨੇ ਨੂੰ ਸਮਝੇ ਜਾਣ ਤੱਕ ਇਹ ਸੰਭਾਵਿਤ ਤੌਰ ਤੇ ਲੰਬਾ ਇੰਤਜ਼ਾਰ ਹੋਵੇਗਾ। ਮਾਓਈ ਐਮਰਜੈਂਸੀ ਮੈਨੇਜਮੈਂਟ ਏਜੰਸੀ ਨੇ ਅੰਦਾਜ਼ਾ ਲਗਾਇਆ ਹੈ ਕਿ ਇਸ ਨੂੰ ਦੁਬਾਰਾ ਬਣਾਉਣ ਲਈ $5.52 ਬਿਲੀਅਨ ਦੀ ਲਾਗਤ ਆਵੇਗੀ। ਜ਼ਮੀਨੀ ਪੱਧਰ ਤੇ ਸਮੂਹਾਂ ਦੁਆਰਾ ਬਰਫ਼, ਪਾਣੀ, ਕੱਪੜੇ ਅਤੇ ਹੋਰ ਸਪਲਾਈਆਂ ਦਿੱਤੀਆਂ ਜਾ ਰਹੀਆਂ ਨੇ। ਬੁੱਧਵਾਰ ਨੂੰ ਹੋਨੋਪਿਲਾਨੀ ਹਾਈਵੇ ਲਾਹੇਨਾ ਦਾ ਪ੍ਰਾਇਮਰੀ ਰੂਟ ਪਿਛਲੇ ਮੰਗਲਵਾਰ ਦੀ ਅੱਗ ਤੋਂ ਬਾਅਦ ਪਹਿਲੀ ਵਾਰ ਗੈਰ ਨਿਵਾਸੀਆਂ ਲਈ ਖੁੱਲ੍ਹ ਜਾਵੇਗਾ। ਲੰਘਣ ਦੀ ਆਸ 'ਚ ਘੰਟਿਆਂ ਬੱਧੀ ਲੰਬੀਆਂ ਕਤਾਰਾਂ 'ਚ ਬੈਠਣ ਵਾਲੇ ਲੋਕਾਂ ਲਈ ਵੀ ਇਹ ਸੜਕ ਕਈ ਦਿਨਾਂ ਤੋਂ ਬੰਦ ਹੈ।
US ਦੇ ਰਾਸ਼ਟਰਪਤੀ ਜੋ ਬਾਈਡਨ ਨੇ ਕਿਹਾ ਹੈ ਕਿ ਉਹ ਸੰਘੀ ਸਰਕਾਰ ਦੇ ਜਵਾਬ ਦੀ ਆਲੋਚਨਾ ਦੇ ਮੱਦੇਨਜ਼ਰ ਜਿੰਨੀ ਜਲਦੀ ਹੋ ਸਕੇ ਹਵਾਈ ਦੀ ਯਾਤਰਾ ਕਰਨਗੇ। ਉਸ ਨੂੰ ਹਫ਼ਤੇ ਦੇ ਅੰਤ 'ਚ ਇੱਕ ਰਿਪੋਰਟਰ ਦੁਆਰਾ ਹਵਾਈ 'ਚ ਵੱਧ ਰਹੀ ਮੌਤ ਦੀ ਗਿਣਤੀ ਬਾਰੇ ਪੁੱਛਿਆ ਗਿਆ ਸੀ ਤੇ ਜਵਾਬ ਦਿੱਤਾ ਗਿਆ ਸੀ ਕੋਈ ਟਿੱਪਣੀ ਨਹੀਂ। ਮਾਉਈ ਦਾ ਦੌਰਾ ਕਰਨ 'ਚ ਰਾਸ਼ਟਰਪਤੀ ਦੀ ਸਪਸ਼ਟ ਦੇਰੀ ਅਤੇ ਨਾਲ ਹੀ ਉਸ ਟਿੱਪਣੀ ਨੇ ਬਹੁਤ ਸਾਰੇ ਲੋਕਾਂ ਨੂੰ ਨਾਰਾਜ਼ ਕੀਤਾ। ਅਮਰੀਕੀ ਸੂਬੇ ਫਲੋਰੀਡਾ 'ਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ 9 ਸਾਲਾ ਲੜਕੇ ਨੇ 6 ਸਾਲਾ ਲੜਕੇ ਦੇ ਸਿਰ 'ਚ ਗੋਲੀ ਮਾਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਅਧਿਕਾਰੀਆਂ ਨੇ ਦੱਸਿਆ ਕਿ 9 ਸਾਲਾ ਲੜਕੇ ਦੇ ਹੱਥ 'ਚ ਕਿਸੇ ਤਰ੍ਹਾਂ ਗੋਲੀਆਂ ਨਾਲ ਭਰੀ ਬੰਦੂਕ ਆ ਗਈ ਅਤੇ ਉਸਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਜੈਕਸਨਵਿਲੇ ਸ਼ੈਰਿਫ ਦਫ਼ਤਰ ਮੁਤਾਬਕ ਸੋਮਵਾਰ ਦੁਪਹਿਰੇ ਉਹਨਾਂ ਨੂੰ ਇਸ ਹਾਦਸੇ ਬਾਰੇ ਜਾਣਕਾਰੀ ਮਿਲੀ। ਸਹਾਇਕ ਮੁਖੀ ਜੇਡੀ ਸਟਰੋਨਕੋ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਘਰ 'ਚ ਦੋਵੇਂ ਬੱਚੇ ਇੱਕ ਵਿਅਕਤੀ ਦੀ ਨਿਗਰਾਨੀ 'ਚ ਸਨ ਅਤੇ ਇਸੇ ਦੌਰਾਨ 9 ਸਾਲਾ ਬੱਚੇ ਦੇ ਹੱਥ 'ਚ ਬੰਦੂਕ ਆ ਗਈ। ਇਸ ਮਗਰੋਂ ਉਸਨੇ ਗਲਤੀ ਨਾਲ ਗੋਲੀ ਚਲਾ ਦਿੱਤੀ ਜਿਹੜੀ ਕਿ 6 ਸਾਲਾ ਬੱਚੇ ਦੇ ਸਿਰ 'ਚ ਵੱਜੀ। ਇਸ ਮਗਰੋਂ ਉਸ ਨੂੰ ਯੂਨੀਵਰਸਿਟੀ ਆਫ ਫਲੋਰੀਡਾ ਸ਼ੈਡਸ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਉਹਨਾਂ ਕਿਹਾ ਕਿ ਜਾਂਚਕਰਤਾ ਇਸ ਗੱਲ ਦਾ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਆਖਰ ਬੰਦੂਕ ਬੱਚੇ ਦੇ ਹੱਥ 'ਚ ਕਿਵੇਂ ਆ ਗਈ। ਸਟਰੋਨਕੋ ਨੇ ਇਹ ਵੀ ਕਿਹਾ ਕਿ ਹਾਦਸੇ ਵੇਲੇ ਘਰ 'ਚ ਮੌਜੂਦ ਵਿਅਕਤੀ ਨੂੰ ਸਥਾਨਕ ਪੁਲਿਸ ਸਟੇਸ਼ਨ 'ਚ ਲਿਜਾਇਆ ਗਿਆ ਜਿੱਥੇ ਕਿ ਉਸ ਵੱਲੋਂ ਪੁੱਛਗਿੱਛ ਕੀਤੀ ਗਈ ਹੈ। ਉਹਨਾਂ ਕਿਹਾ ਕਿ ਇਸ ਘਟਨਾ ਦਾ ਕਿਸੇ ਵੀ ਅਪਰਾਧਿਕ ਹਿੰਸਾ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਤੇ ਇਸ ਮਾਮਲੇ 'ਚ ਕੋਈ ਵੀ ਸ਼ੱਕੀ ਨਹੀਂ ਹੈ। ਅਮਰੀਕੀ ਸਪੇਸ ਏਜੰਸੀ ਨਾਸਾ ਨੇ ਦੱਸਿਆ ਕਿ ਸਾਲ 1880 ਮਗਰੋਂ ਜੁਲਾਈ ਹੁਣ ਤੱਕ ਦਾ ਸਭ ਤੋਂ ਵੱਧ ਗਰਮ ਮਹੀਨਾ ਰਿਹਾ ਹੈ। ਨਾਸਾ ਦੇ ਰਿਕਾਰਡ ਮੁਤਾਬਕ ਇਹ ਮਹੀਨਾ ਕਿਸੇ ਵੀ ਹੋਰ ਮਹੀਨੇ ਦੀ ਤੁਲਨਾ ਦੇ ਵਿੱਚ 0.24 ਡਿਗਰੀ ਸੈਲਸੀਅਸ ਵੱਧ ਗਰਮ ਦਰਜ ਕੀਤਾ ਗਿਆ ਹੈ। ਜੁਲਾਈ 2023 'ਚ ਤਾਪਮਾਨ ਨੇ ਸਾਰੇ ਰਿਕਾਰਡ ਤੋੜਦਿਆਂ ਇਸ ਨੂੰ ਸਭ ਤੋਂ ਗਰਮ ਮਹੀਨਾ ਬਣਾ ਦਿੱਤਾ। ਅਮਰੀਕੀ ਜਲਵਾਯੂ ਸੰਕਟ ਦੇ ਪ੍ਰਭਾਵਾਂ ਦਾ ਸਾਫ਼ ਤੌਰ ਤੇ ਅਨੁਭਵ ਕੀਤਾ ਜਾ ਰਿਹਾ ਹੈ। ਕੁੱਲ ਮਿਲਾ ਕੇ ਇਸ ਲੋਹੜੇ ਦੀ ਗਰਮੀ ਨੇ ਲੱਖਾਂ ਲੋਕਾਂ ਨੂੰ ਪ੍ਰਭਾਵਿਤ ਕੀਤਾ ਜੋ ਕਿ ਸੈਂਕੜੇ ਲੋਕਾਂ 'ਚ ਬਿਮਾਰੀਆਂ ਅਤੇ ਮੌਤ ਦਾ ਕਾਰਨ ਬਣੀ। ਅਮਰੀਕੀ ਸਪੇਸ ਏਜੰਸੀ ਨਾਸਾ ਨੇ ਦੱਸਿਆ ਕਿ ਸਾਲ 1880 ਮਗਰੋਂ ਜੁਲਾਈ ਹੁਣ ਤੱਕ ਦਾ ਸਭ ਤੋਂ ਵੱਧ ਗਰਮ ਮਹੀਨਾ ਰਿਹਾ ਹੈ। ਦੱਸਦੀ ਹੈ ਕਿ ਇਸ ਸਾਲ ਅਮਰੀਕਾ ਤੇ ਯੂਰਪ ਦੇ ਕਈ ਸ਼ਹਿਰ ਲੂ ਅਤੇ ਜੰਗਲਾਂ ਦੀ ਅੱਗ ਦੀ ਲਪੇਟ 'ਚ ਰਹੇ। ਅਮਰੀਕਾ 'ਚ ਤਾਂ ਇਸ ਸਾਲ ਗਰਮੀਆਂ ਦੇ ਸਾਰੇ ਰਿਕਾਰਡ ਹੀ ਟੁੱਟ ਗਏ। ਨਿਊਯਾਰਕ 'ਚ ਨਾਸਾ ਦੇ ਗੋਡਾਰਡ ਇੰਸਟੀਚਿਊਟ ਫਾਰ ਸਪੇਸ ਸਟੱਡੀਜ਼ ਦੇ ਵਿਗਿਆਨੀਆਂ ਮੁਤਾਬਕ ਜੁਲਾਈ 2023 ਵਿਸ਼ਵੀ ਰਿਕਾਰਡ 'ਚ ਕਿਸੇ ਵੀ ਹੋਰ ਮਹੀਨੇ ਦੀ ਤੁਲਨਾ 'ਚ ਵਧੇਰੇ ਗਰਮ ਰਿਹਾ ਹੈ। ਨਾਸਾ ਦੇ ਰਿਕਾਰਡ ਮੁਤਾਬਕ ਇਹ ਮਹੀਨਾ ਕਿਸੇ ਵੀ ਹੋਰ ਮਹੀਨੇ ਦੀ ਤੁਲਨਾ 'ਚ 0.24 ਡਿਗਰੀ ਸੈਲਸੀਅਸ ਵੱਧ ਗਰਮ ਦਰਜ ਕੀਤਾ ਗਿਆ ਹੈ। ਇਹ ਤਾਪਮਾਨ 1951 ਤੇ 1980 ਵਿਚਾਲੇ ਔਸਤ ਜੁਲਾਈ ਦੀ ਤੁਲਨਾ 'ਚ 1.18 ਡਿਗਰੀ ਸੈਲਸੀਅਸ ਵਧੇਰੇ ਰਿਹਾ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਤਾਪਮਾਨ 'ਚ ਵਾਧੇ ਦਾ ਇੱਕ ਕਾਰਨ ਸਮੁੰਦਰ ਦੀ ਸਤਹ ਦਾ ਤਾਪਮਾਨ ਵੀ ਰਿਹਾ ਹੈ। ਨਾਸਾ ਦੇ ਵਿਸ਼ਲੇਸ਼ਣ 'ਚ ਇਹ ਸਾਹਮਣੇ ਆਇਆ ਹੈ ਕਿ ਪੂਰਬ ਗਰਮ ਖੰਡੀ ਪ੍ਰਸ਼ਾਂਤ ਖੇਤਰ 'ਚ ਸਮੁੰਦਰ ਤਲ ਦਾ ਤਾਪਮਾਨ ਮਈ 2023 'ਚ ਵਧਣਾ ਸ਼ੁਰੂ ਹੋਇਆ ਸੀ ਜਿਹੜਾ ਕਿ ਅਲ ਨੀਨੋ ਦਾ ਅਸਰ ਹੈ। ਨਾਸਾ ਐਡਮਿਨਿਸਟ੍ਰੇਟਰ ਬਿਲ ਨੈਲਸਨ ਨੇ ਕਿਹਾ ਕਿ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਦੁਨੀਆ ਭਰ ਦੇ ਅਰਬਾਂ ਲੋਕਾਂ ਨੇ ਅਸਲ 'ਚ ਕੀ ਮਹਿਸੂਸ ਕੀਤਾ ਹੈ। ਜੁਲਾਈ 2023 'ਚ ਤਾਪਮਾਨ ਨੇ ਸਾਰੇ ਰਿਕਾਰਡ ਤੋੜਦਿਆਂ ਇਸ ਨੂੰ ਸਭ ਤੋਂ ਗਰਮ ਮਹੀਨਾ ਬਣਾ ਦਿੱਤਾ। ਅਮਰੀਕੀ ਜਲਵਾਯੂ ਸੰਕਟ ਦੇ ਪ੍ਰਭਾਵਾਂ ਦਾ ਸਾਫ਼ ਤੌਰ ਤੇ ਅਨੁਭਵ ਕਰ ਰਹੇ ਨੇ। ਨਾਸਾ ਦੀ ਰਿਪੋਰਟ ਮੁਤਾਬਕ ਦੱਖਣੀ ਅਮਰੀਕਾ, ਉੱਤਰੀ ਅਫਰੀਕਾ, ਉੱਤਰੀ ਅਮਰੀਕਾ ਤੇ ਐਂਟਾਰਕਟਿਕਾ ਪ੍ਰਾਇਦੀਪ ਦੇ ਹਿੱਸੇ ਖਾਸ ਤੌਰ ਤੇ ਗਰਮ ਸਨ ਜਿੱਥੇ ਤਾਪਮਾਨ ਔਸਤ ਨਾਲੋਂ ਲਗਭਗ 4 ਡਿਗਰੀ ਸੈਲਸੀਅਸ ਵਧੇਰੇ ਵੱਧ ਰਿਹਾ। ਕੁੱਲ ਮਿਲਾ ਕੇ ਇਸ ਲੋਹੜੇ ਦੀ ਗਰਮੀ ਨੇ ਲੱਖਾਂ ਲੋਕਾਂ ਨੂੰ ਪ੍ਰਭਾਵਿਤ ਵੀ ਕੀਤਾ ਜੋ ਕਿ ਸੈਂਕੜੇ ਲੋਕਾਂ 'ਚ ਬਿਮਾਰੀਆਂ ਅਤੇ ਮੌਤ ਦਾ ਕਾਰਨ ਬਣੀ। ਕੈਲੀਫੋਰਨੀਆ ਦੇ ਇੱਕ ਜੱਜ ਤੇ ਸ਼ਰਾਬ ਪੀ ਕੇ ਆਪਣੀ ਪਤਨੀ ਦੀ ਬੰਦੂਕ ਨਾਲ ਹੱਤਿਆ ਕਰਨ ਦਾ ਦੋਸ਼ ਲੱਗਾ ਹੈ। ਮੰਗਲਵਾਰ ਨੂੰ ਅਦਾਲਤ 'ਚ ਸੁਣਵਾਈ ਹੋਈ। ਇਸ ਮਾਮਲੇ 'ਚ ਅਦਾਲਤ ਨੂੰ ਦੱਸਿਆ ਗਿਆ ਕਿ ਜੱਜ ਜੈਫਰੀ ਫਰਗੂਸਨ ਦੇ ਘਰ ਤੇ ਦਰਜਨਾਂ ਬੰਦੂਕਾਂ ਤੇ 26,000 ਗੋਲਾ ਬਾਰੂਦ ਮੌਜੂਦ ਸੀ। ਜਦੋਂ ਅਧਿਕਾਰੀ ਪਹੁੰਚੇ ਤਾਂ ਉਹਨਾਂ ਨੇ ਉਸ ਦੀ ਪਤਨੀ ਨੂੰ ਛਾਤੀ ਤੇ ਗੋਲੀ ਲੱਗਣ ਕਾਰਨ ਮ੍ਰਿਤਕ ਪਾਇਆ। ਫਰਗੂਸਨ ਦੋਸ਼ਾਂ ਤੋਂ ਇਨਕਾਰ ਕਰ ਰਿਹਾ ਹੈ। ਅਦਾਲਤ ਨੇ ਫਰਗੂਸਨ ਨੂੰ ਜ਼ਮਾਨਤ ਤੇ ਰਿਹਾ ਕਰ ਦਿੱਤਾ ਤੇ ਉਸ ਨੂੰ ਸ਼ਰਾਬ ਨਾ ਪੀਣ ਦਾ ਹੁਕਮ ਦਿੱਤਾ ਹੈ। ਮੁਲਜ਼ਮ ਨੂੰ 30 ਅਕਤੂਬਰ ਨੂੰ ਮੁੜ ਅਦਾਲਤ 'ਚ ਪੇਸ਼ ਹੋਣ ਲਈ ਕਿਹਾ ਗਿਆ ਹੈ। ਇਸ ਦੇ ਨਾਲ ਹੀ ਵਕੀਲ ਪਾਲ ਮੇਅਰ ਨੇ ਅਦਾਲਤ ਦੇ ਬਾਹਰ ਪੱਤਰਕਾਰਾਂ ਨੂੰ ਕਿਹਾ
ਕਿ ਅਸੀਂ ਸਪਸ਼ਟ ਕਰਨਾ ਚਾਹੁੰਦੇ ਹਾਂ ਕਿ ਇਹ ਕੋਈ ਅਪਰਾਧ ਨਹੀਂ ਹੈ, ਅਜਿਹਾ ਅਣਜਾਣੇ 'ਚ ਹੋਇਆ ਹੈ। ਫੈਡਰਲ ਅਧਿਕਾਰੀ ਅਗਲੇ ਸਾਲ ਕੋਲੋਰਾਡੋ ਨਦੀ ਦੇ ਪਾਣੀ ਦੀਆਂ ਪਾਬੰਦੀਆਂ ਨੂੰ ਸੌਖਾ ਕਰ ਰਹੇ ਨੇ, ਕਿਉਂਕਿ ਇੱਕ ਬਲਾਕਬਸਟਰ ਸਰਦੀਆਂ ਨੇ ਮਹੱਤਵਪੂਰਨ ਘਾਟਾਂ ਦੇ ਵਿਚਕਾਰ ਪਾਣੀ ਦੇ ਪੱਧਰ ਨੂੰ ਉੱਚਾ ਚੁੱਕਣ 'ਚ ਮਦਦ ਕੀਤੀ ਸੀ। ਯੂਐਸ ਬਿਊਰੋ ਆਫ ਰੀਕਲੇਮੇਸ਼ਨ ਨੇ ਮੰਗਲਵਾਰ ਨੂੰ ਘੋਸ਼ਣਾ ਕੀਤੀ ਕਿ ਲੇਕ ਮੀਡ ਅਤੇ ਲੋਅਰ ਕੋਲੋਰਾਡੋ ਦਰਿਆ 2024 'ਚ ਇੱਕ ਟੀਅਰ 1 ਪਾਣੀ ਦੀ ਘਾਟ 'ਚ ਕੰਮ ਕਰਨਗੇ। ਐਰੀਜ਼ੋਨਾ, ਨੇਵਾਡਾ ਤੇ ਮੈਕਸੀਕੋ 'ਚ ਪਾਣੀ ਦੀਆਂ ਪਾਬੰਦੀਆਂ ਨੂੰ ਸੌਖਾ ਕਰਨਗੇ। ਇਹ ਉਹਨਾਂ ਰਾਜਾਂ ਅਰਬਾਂ ਗੈਲਨ ਕੋਲੋਰਾਡੋ ਦਰਿਆ ਦਾ ਪਾਣੀ ਵਾਪਸ ਦੇਵੇਗਾ ਅਤੇ ਉਹਨਾਂ ਨੂੰ ਦੂਜੇ ਰਾਜਾਂ ਤੇ ਬਹੁਤਾ ਜ਼ਿਆਦਾ ਭਰੋਸਾ ਕਰਨ ਦੀ ਬਜਾਏ ਆਪਣੇ ਪਾਣੀ ਦੀ ਬਚਤ ਖਾਤਿਆਂ ਨੂੰ ਪੈਡ ਕਰਨ ਦੀ ਆਗਿਆ ਦੇਵੇਗਾ। ਇਹ ਪਿਛਲੇ ਸਾਲ ਦੀ ਸਰਦੀਆਂ ਦੇ ਬਾਅਦ ਵਾਯੂਮੰਡਲ ਦੀਆਂ ਨਦੀਆਂ ਦੀ ਇੱਕ ਲੜੀ ਨੂੰ ਪੱਛਮ ਦੇ ਸੋਕੇ ਵਾਲੇ ਰਾਜਾਂ 'ਚ ਲਿਜਾਇਆ ਅਤੇ ਲੇਕਸ ਮੀਡ ਅਤੇ ਪਾਵੇਲ ਦੇਸ਼ਾਂ ਦੇ 2 ਸਭ ਤੋਂ ਵੱਡੇ ਜਲ ਭੰਡਾਰਾਂ 'ਚ ਫ੍ਰੀ ਫਾਲ ਨੂੰ ਉਲਟਾ ਦਿੱਤਾ। ਇਹ ਸਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਟੀਵੀ ਪੰਜਾਬ।